ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਪੰਜਵਾ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਭਾਣੇ ਓਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਾਵਾ। ਭਾਣੇ ਭਰਮ ਪਾਵੈ ਬਹੁ ਜੂਨੀ, ਸਭ ਕੁਛ ਤਿਸੈ ਰਜਾਈ ਜੀਓ। ਭਾਣੇ ਭਰਮ ਪਵੈ ਬਹੁ ਜੂਨੀ, ਸਭ ਕੁਛ ਤਿਸੈ ਰਜਾਈ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ ਹਲਤ ਪਲਤ ਕੇ ਰੱਖਿਅਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਛਤਰ ਚਬਰ ਤਖਤ ਦੇ ਮਾਲਕ, ਜਿਨ੍ਹਾਂ ਦਾ ਪਵਿੱਤਰ ਸ਼ਬਦ ਰਾਗ ਮਾਝ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 98 ਉੱਪਰ ਸੁਭਾਏਮਾਨ ਆਪ ਜੀ ਨੇ ਸਰਵਣ ਕੀਤਾ। ਇਹ ਲੜੀ ਚੱਲ ਰਹੀ ਸੀ, ਜਦੋਂ ਕਿਸੇ ਜੀਵ ਇਸਤਰੀ ਨੂੰ ਪਰਮੇਸ਼ਰ ਪਤੀ ਆਪਣੀ ਬਣਾ ਲਵੇ ਤਾਂ ਉਸ ਦੀ ਅਵਸਥਾ ਕੈਸੀ ਹੋ ਜਾਂਦੀ ਹੈ। ਪਿੱਛੇ ਪੜ੍ਹਿਆ ਸੀ ਆਪਾਂ, ਜਿਤ ਘਰ ਫਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ। ਜਿਸ ਘਰ ਦੇ ਵਿੱਚ ਸੁਹਾਗ ਭਾਵ ਪਤੀ ਆ ਗਿਆ, ਮਾਲਕ ਆ ਗਿਆ, ਉਸ ਘਰ ਵਿੱਚ ਹੀ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ। ਵਿਆਹ ਵੇਲੇ ਵੀ ਗਾਏ ਜਾਂਦੇ ਹੈ ਸੰਸਾਰੀ ਤੌਰ 'ਤੇ। ਉਸ ਘਰ ਵਿੱਚ ਆਨੰਦ ਖੁਸ਼ੀਆਂ ਵਰਤ ਜਾਂਦੀਆਂ। ਔਰ ਇਸੇ ਤਰ੍ਹਾਂ ਹੀ ਜਦੋਂ ਕੋਈ ਜੀਵ ਆਤਮਾ ਇਸਤਰੀ ਜਿਹੜੀ ਹੈ ਇਹ ਗੁਰੂ ਦੀ ਕਿਰਪਾ ਨਾਲ, ਗੁਰੂ ਵਿਚੋਲੇ ਦੀ ਕਿਰਪਾ ਦੇ ਨਾਲ ਮਾਲਕ ਨਾਲ ਮਿਲ ਜਾਂਦੀ ਹੈ ਤਾਂ ਫਿਰ ਵੀ ਇਹਦੇ ਹਿਰਦੇ ਰੂਪੀ ਘਰ ਵਿੱਚ ਖੁਸ਼ੀ ਦੇ ਬਾਜੇ ਵੱਜਦੇ ਹਨ। ਇਹ ਵਿਚਾਰ ਚੱਲ ਰਹੀ ਸੀ। ਸਤਿਗੁਰਾਂ ਨੇ ਫਿਰ ਸਿੱਖਾਂ ਨੂੰ ਅਗਲੇ ਸ਼ਬਦ ਵਿੱਚ ਉਹਦੇ ਮਿਲਾਪ ਦੀ ਗੱਲ ਦੱਸੀ। ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਣ ਬਣ ਅਵਗਾਹੇ। ਕਿਵੇਂ ਮਿਲੂਗਾ? ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਮਿੰਨਤਾਂ ਕਰਦੀਆਂ, ਬੇਨਤੀਆਂ ਕਰਦੀਆਂ, ਸਾਨੂੰ ਵੀ ਪਤੀ ਪਰਮੇਸ਼ਰ ਮਿਲਾ ਦਿਓ। ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ। ਅਤੇ ਸਤਿਗੁਰੂ ਕਹਿੰਦੇ ਹਾਂ ਮਿਲਾ ਸਕਦੇ ਹਨ ਪਰਮੇਸ਼ਰ ਦੇ ਪਿਆਰੇ। ਉਹਨਾਂ ਨੂੰ ਮਿਲੀਏ ਤਾਂ ਉਹ ਮਿਲਾ ਸਕਦੇ ਹਨ। ਅਤੇ ਜਿਨ੍ਹਾਂ ਨੂੰ ਮਿਲ ਗਿਆ ਫਿਰ ਉਹਨਾਂ ਨੇ ਅਗਲੇ ਸ਼ਬਦ ਵਿੱਚ ਸਿਫਤ ਕੀਤੀ, ਪ੍ਰਭ ਅਵਨਾਸੀ ਬਸਿਆ ਘਟ ਭੀਤਰ, ਹਰ ਮੰਗਲ ਨਾਨਕ ਗਾਵੇ ਜੀਓ। ਜਿਸ ਹਿਰਦੇ ਵਿੱਚ ਉਹ ਵਸ ਗਿਆ ਫਿਰ ਉਹ ਵੀ ਗੀਤ ਗਾਉਂਦੀਆਂ, ਉਹਨਾਂ ਦੇ ਹਿਰਦੇ ਵਿੱਚ ਵੀ ਆਨੰਦ ਮੰਗਲ ਵਰਸ ਜਾਂਦਾ। ਅੱਗੇ ਜਾ ਕੇ ਫਿਰ ਉਹਨਾਂ ਦੇ ਉੱਤੇ ਜਿਹੜਾ ਬਦਲਾਓ ਆਉਂਦਾ ਜੀਵਨ ਦੇ ਵਿੱਚ, ਫਿਰ ਉਹ ਹੈ ਇੱਕ ਸੁਹਾਗਣ ਇਸਤਰੀ ਦੀ ਗੱਲ, ਇੱਕ ਬ੍ਰਹਮ ਗਿਆਨੀ ਦੀ ਗੱਲ। ਫਿਰ ਉਹਦੀ ਕੈਸੀ ਅਵਸਥਾ ਹੋ ਜਾਂਦੀ ਹੈ। ਅੱਜ ਦਾ ਜੋ ਸ਼ਬਦ ਆਪਾਂ ਨੇ ਸਰਵਣ ਕੀਤਾ,
फिर ਉਹਦੀ ਅਵਸਥਾ कैसी हो जाती आ। आओ आरंभ करिए। माज महला पंजवा, ਕਹਿਆ ਕਰਨਾ ਦਿੱਤਾ ਲੈਣਾ। ਹੁਣ ਮਾਲਕ ਜਿਵੇਂ ਕਹਿੰਦਾ ਜੀਵ ਉਵੇਂ ਚੱਲਦਾ। ਬ੍ਰਹਮ ਗਿਆਨੀ ਦੀ ਅਵਸਥਾ। ਸੰਸਾਰੀ ਤਾਂ ਬੰਦਾ ਜਦੋਂ ਕੁਛ ਪ੍ਰਾਪਤ ਕਰਦਾ ਹੰਕਾਰੀ ਹੋ ਜਾਂਦਾ, ਜੇ ਕੁਛ ਗਵਾਚ ਜਾਂਦਾ ਫਿਰ ਰੋਂਦਾ ਨਹੀਂ ਝੱਲੀਦਾ। ਜਬ ਕਿਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਮਨਮੁਖ ਦੀ ਇਹ ਹਾਲਤ ਹੈ, ਪਰ ਗੁਰਮੁਖ ਦੀ ਹਾਲਤ ਕੀ ਹੈ? ਜਿਵੇਂ ਉਹ ਰੱਖੇ ਉਵੇਂ ਰਹਿਣ ਦੀ ਅਵਸਥਾ ਵਿੱਚ ਢਲ ਜਾਂਦਾ ਹੈ। ਕਹਿਆ ਕਰਨਾ ਦਿੱਤਾ ਲੈਣਾ। ਫਿਰ ਜਿਵੇਂ ਹੁਣ ਮਾਲਕ ਕਹੇ ਉਵੇਂ ਕਰਨਾ। ਜਿਵੇਂ ਕੋਈ ਬੱਚੀ ਪੇਕਿਆਂ ਵਿੱਚ ਭਾਵੇਂ ਆਪਣੀ ਮਨ ਮਰਜ਼ੀ ਕੀਤੀ ਮਾਂ ਪਿਓ ਦੇ ਕੋਲ, ਪਰ ਜਿਸ ਵੇਲੇ ਉਸ ਦੀ ਸ਼ਾਦੀ ਹੋ ਕੇ ਆਪਣੇ ਘਰ ਸਹੁਰੇ ਘਰ ਪੇਕਿਆਂ ਤੋਂ ਪਤੀ ਦੇ ਘਰ ਚਲੀ ਗਈ, ਤੇ ਉੱਥੇ ਹੁਣ ਉਸ ਨੂੰ ਆਪਣੇ ਪਤੀ ਦੀ ਹੀ ਗੱਲ ਮੰਨਣੀ ਪੈਣੀ ਆ। ਤੇ ਜੇ ਉਹ ਪਿਛਲਾ ਪੇਕੇ ਵਾਲਾ ਹੰਕਾਰ ਕਰੇ ਤੇ ਫਿਰ ਸਹੁਰਿਆਂ ਦੇ ਵਿੱਚ ਵਸ ਨਹੀਂ ਸਕਦੀ। ਫਿਰ ਉੱਥੇ ਜਾ ਕੇ ਉਹਦੇ ਸੱਸ ਸਹੁਰਾ ਹੀ ਮਾਂ ਪਿਓ ਹੈ, ਪਤੀ ਹੀ ਉਸ ਦਾ ਸਭ ਕੁਝ ਹੈ। ਪਤੀ ਦੇ ਹੁਕਮ ਅੰਦਰ ਹੀ ਚੱਲਣਾ ਪੈਂਦਾ। ਜੇ ਚੱਲਦੀ ਹੈ ਤੇ ਸੁਖੀ ਵਸਦੀ ਆ, ਨਹੀਂ ਚੱਲਦੀ ਤੇ ਦੁਖੀ ਹੁੰਦੀ ਆ। ਇਸੇ ਤਰ੍ਹਾਂ ਹੀ ਅਸੀਂ ਜੀਵ ਇਸਤਰੀਆਂ ਜਦੋਂ ਕੁਝ ਪ੍ਰਾਪਤ ਹੁੰਦਾ ਹੈ ਉਹਦਾ ਸ਼ੁਕਰੀਆ ਕਰੀਏ। ਸੁੱਖ ਵੇਲੇ ਸ਼ੁਕਰੀਆ, ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਸਿਮਰਨ, ਮਾਲਕ ਨੂੰ ਯਾਦ ਰੱਖਣਾ। ਸੁੱਖ ਵੇਲੇ ਪ੍ਰਾਪਤ ਹੋਇਆ ਧੰਨਵਾਦ ਕਰਨਾ ਵੀ ਜ਼ਰੂਰੀ ਆ। ਦੁੱਖ ਵੇਲੇ ਲਾਂਭਾ ਨਹੀਂ ਦੇਣਾ, ਅਰਦਾਸ ਹੀ ਕਰਨੀ ਆ, ਮਹਾਰਾਜ ਬਖਸ਼ ਲਓ। ਤੇ ਹਰ ਵੇਲੇ ਸਿੱਖ ਨੇ ਸਿਮਰਨ ਕਰਨਾ ਪਰਮੇਸ਼ਰ ਦਾ। ਇਸ ਕਰਕੇ ਫਿਰ ਬ੍ਰਹਮ ਗਿਆਨੀ ਦੀ ਅਵਸਥਾ ਅੱਗੇ ਲਿਖੀ, ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਜਿਨ੍ਹਾਂ ਨੂੰ ਮਿਲ ਗਿਆ ਨਾ, ਫਿਰ ਉਹਨਾਂ ਦੀ ਹਾਲਤ, ਉਹਨਾਂ ਦੀ ਅਵਸਥਾ, ਉਹਨਾਂ ਵਿੱਚ ਕੀ ਬਦਲਾਅ ਆਇਆ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ। ਫਿਰ ਸਿੱਖ ਦਾ ਇਹ ਜੀਵਨ ਬਣ ਜਾਂਦਾ ਹੈ ਕਿ ਸਾਨੂੰ ਗਰੀਬਾਂ ਨੂੰ, ਅਨਾਥਾਂ ਨੂੰ, ਜਿਨ੍ਹਾਂ ਦਾ ਕੋਈ ਵੀ ਨਹੀਂ, ਉਹਨਾਂ ਦਾ ਤੈਨੂੰ ਹੀ ਫਿਕਰ ਹੈ, ਤੂੰ ਹੀ ਸਾਡਾ ਮਾਣ ਹੈ। ਉਹਨਾਂ ਗਰੀਬਾਂ ਅਨਾਥਾਂ ਵਾਸਤੇ ਜਿਨ੍ਹਾਂ ਦਾ ਕੋਈ ਵੀ ਨਹੀਂ, ਉਹਨਾਂ ਦਾ ਤੂੰ ਹੈ। ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਤੇਰੀ ਕੁਦਰਤ ਕੋ ਬਲ ਜਾਈ ਜੀਓ। ਇਸੇ ਕਰਕੇ ਹੀ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ 1469 ਈਸਵੀ ਨੂੰ ਨਨਕਾਣਾ ਸਾਹਿਬ ਆਉਣਾ ਕੀਤਾ। ਫਿਰ ਕੇਵਲ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਰਹੇ, ਆਪਣੇ ਪਰਿਵਾਰ ਦੇ ਮੋਹ ਤੋਂ ਉੱਚੇ ਉੱਠ ਕੇ ਸੰਸਾਰ ਵਿੱਚ ਵਿਚਰਨਾ ਕੀਤਾ। ਜਦੋਂ ਸੰਸਾਰ ਦੇ ਵਿੱਚ ਵਿਚਰਨਾ ਕੀਤਾ ਤੇ ਜੀਵਾਂ ਨੂੰ ਸੁੱਖ ਦਿੱਤਾ। ਜਿਨ੍ਹਾਂ ਨੂੰ ਅਗਿਆਨਤਾ ਸੀ, ਗਿਆਨ ਨਹੀਂ ਸੀ, ਉਹਨਾਂ ਨੂੰ ਗਿਆਨ ਦਿੱਤਾ, ਸੋਝੀ ਬਖਸ਼ੀ। ਜਿਨ੍ਹਾਂ ਨੂੰ ਹੰਕਾਰ ਸੀ, ਕਾਰੂ ਵਰਗਿਆਂ ਨੂੰ, ਉਹਨਾਂ ਦਾ ਹੰਕਾਰ ਖਤਮ ਕੀਤਾ। ਔਰ ਜਿਹੜੇ ਗਰੀਬ ਸੀ ਉਹਨਾਂ ਨੂੰ ਉੱਚਾ ਚੁੱਕਿਆ, ਜਿਹੜੇ ਹੰਕਾਰੀ ਸੀ ਉਹਨਾਂ ਨੂੰ ਨੀਵੇਂ ਕੀਤਾ। ਬਾਬਾ ਫਰੀਦ ਕਹਿੰਦੇ ਆ ਨਾ, ਫਰੀਦਾ ਟੋਏ ਟਿੱਬੇ ਇੱਕ ਕਰ ਦਿਲ ਤੇ ਲਾਹੇ ਭਰਾਂਦ। ਪਰਮੇਸ਼ਰ ਹੀ ਕਰ ਸਕਦਾ ਹੈ। ਟੋਏ ਭਾਵ ਨਿਮਾਣੇ, ਟਿੱਬੇ ਮਤਲਬ ਹੰਕਾਰੀ, ਦੋਨੇ ਨੂੰ ਬਰਾਬਰ ਕੀਤਾ। ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਈਆਂ ਮੇਰਾ ਮਾਥੈ, ਛਤਰ ਧਰੈ ਐਸਾ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ। ਬ੍ਰਹਮ ਗਿਆਨੀਆਂ ਨੂੰ ਸਮਝ ਆਈ ਤੇ ਉਹਨਾਂ ਨੇ ਉਹਦੇ ਭਾਣੇ ਨੂੰ ਮੰਨਣਾ ਕੀਤਾ। ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹਨਾਂ ਨੇ ਦੁੱਖਾਂ ਵੇਲੇ ਰੋਣਾ ਕੀਤਾ, ਸੁੱਖਾਂ ਵੇਲੇ ਹੰਕਾਰ ਕੀਤਾ। ਤੋ ਇਹ ਲੜੀ ਚੱਲ ਰਹੀ ਸੀਗੀ ਸੁਹਾਗਣ ਇਸਤਰੀ ਦੀ, ਜੀਵ ਇਸਤਰੀ ਦੀ, ਜਿਸ ਨੂੰ ਮਾਲਕ ਮਿਲ ਗਿਆ। ਮਿਲਣ ਦਾ ਢੰਗ ਵੀ ਪਿੱਛੇ ਦੱਸਿਆ, ਫਿਰ ਮਿਲ ਵੀ ਗਿਆ। ਫਿਰ ਜਿਹਨੂੰ ਮਿਲ ਗਿਆ ਉਹਨਾਂ ਨੇ ਅੱਗੇ ਵੀ ਦੱਸਿਆ। ਕੀ ਦੱਸਿਆ?
कि वो बड़ा बेअंत है, बड़े गुण रखदा। कल आपां सरवण कीते ਉਹਦੇ गुण, मेरे मालक 'ਚ किन्ने गुण है। कई वारी किसी बच्ची की शादी हुंदी है, उसनूं चंगा परिवार मिल जाता है, तो जद उहदियां सहेलियां पुछदियां परिवार बारे, ਉਹਦੇ पति बारे, फिर वो बड़ियां सिफतां कर करके दसदी है, बहुत सोहना घर है साडा, पक्का घर है, कोठी है, बहुत चंगे है, मेरे सस सहुरे भी चंगे है, मेरा पति भी बड़ा सुंदर है, बई बहुत काम जानदा है। ये तो संसार की निक्की जी गल है, पर जिन्हों पति परमेश्वर मिल गया वो किन्नियां सिफतां करूगी। फिर जिन्हों ब्रह्म ज्ञान हो गया फिर वही सिफत करेगा। किवें करेगा? जिवें सुखमनी साहिब च, सो क्यों बिसरै जिन सब किछ दिया, सो क्यों बिसरै जे जीवन जिया, सो क्यों बिसरै जे अग्न में राखै, पर गुर प्रसाद को बिरला लख है। किसी बिरले नूं समझ आई, नहीं तो असीं लांभा ही दिन्ने आ। ऐं किवें करता रब ने, ऐं दिता फिर क्यों खो लिया। कहो सतनाम श्री। 10 वस्तु लै पाछे पावे, बेअंत चीज़ां लईआं उन्हां दा कदे धन्नवाद नहीं कीता। एक वस्त कारण बिखोट गवावै, एक गलती, एक वस्तु उहने वापस मंग लई, फिर अपने गुणां नूं खत्म कर लिया, फिर लांभे दिंदा। ऐं क्यों करता रब ने? नहीं भाई, वो अपनी मर्जी का मालक है, ये विच भी तेरा भला ही होवेगा। जे गुर झिड़के तां मीठा लागे, बख्शे तां गुर वडियाई। इस करके जदों कोई मनुख गुरु वाला बन के, गुरमुख बन के फिर इस रस्ते ते चलदा, फिर गुरु हौली हौली उहदे विच ज्ञान भरदा। फिर ज्ञान कारण उहनूं समझ आउंदी है, तो फिर वो कहंदा महाराज जिवें तू करदा ठीक ही करदा, कहे आ करना, जिवें वो कहंदा उवें करदा। एक दिन बाबा नानक जी चलदे चलदे एक नगर विच चले गए। बहुत गरीबड़ा जा सिख है, ਉਹਦੇ घरे पातशाह जी ने उतरना किया, और ਉਹ साधुआं ਦਾ बड़ा संगी सी। ਜਦੋਂ कोई साधु महात्मा आउंदा, जल पानी छकाउंदा, सेवा करदा, महापुरुष बाबा नानक ਅਤੇ ਉਹਨਾਂ ਦੇ साथी 3 जने भी चले गए। जद तिन्ने चले गए तो उसने बड़े प्यार नाल आओ भगत की, प्रेमां दे भगती की, उन्होंने जल पानी छकाउणा शुरू किया। पातशाह ने 2 3 4 5 दिन उत्थे ही रुकना किया, ते अखीर एक दिन घर विच राशन मुक गया। कहो सतनाम श्री। पर उस दा एक परन सी कि घरे आए साधुआं नूं भुखे नहीं जाण देना, ते आप दी आप साधुआं नूं तोड़ना नहीं गा, ते जिन्ना चिर रहणगे उन्ना चिर भोजन छकाउणा। कहो सतनाम श्री। हुण बाबा नानक जी नूं अज 5वां 6वां दिन है, ते घरे राशन नहीं है, ते राशन वास्ते उहने अपने बच्चे नूं उंगली लाया। अपने बच्चे नूं कहण लग्या चल पुੱਤ चलीए। हुण प्यो सतसंगी है तां गुरु प्यारिओ बच्चे भी सतसंगी आ, बच्चे भी सब जानते आ। तां सतगुरु पातशाह जी के सामने जदों उस बच्चे नूं उंगल ला के लै चलिया, धन गुरु नानक देव जी पुछदे आ बई इहनूं लैके किधर चलिया? कहना जी कुछ नहीं। नहीं नहीं सानू दस कित्थे लैके चले आ? महाराज तुहाडे जल पानी का इंतजाम करना, भोजन प्रशादे का, फिर इनू बेच आऊँगा। बेचना मैं सदा नहीं छड़ देना नहीं हुंदा गा, एडवांस फड़ के लियाना भी बच्चा काम कर दूगा तेरे, ते तू सानू पैसे दे। कहो सतनाम श्री। चलो पहला बच्चे बेच भी दिंदे सी लोग एमरजेंसी दे विच, तां कहते जी बेच आऊँगा, फिर मैं तुहाडे वास्ते खाण पीण का समान लियाऊँगा। बाबा जी वो बच्चे ने कहने छोटू गल सुन, हाँ जी, ये तेरा बापू जिहड़ी दुकान ते तैनूं बेच के आऊगा ना, वो तेथों काम कराऊगा, पानी भी भरवाऊगा, पखा भी चलवाऊगा, करेगा तू? तो बच्चा भी सत्संगी सीगा, कहने लगे महाराज करना ही पैना, जे अगला मुल खरीदेगा। मुल खरीदी लाला गोला मेरा नौ सुभागा, सुभागा ਵੱਡੇ ਭਾਗਾਂ वाला होया। फिर तो मैं साधुआं नूं भोजन छकाया जाऊगा, सेठ दे मैं काम कर दूँ, मेरी जिंदगी तुहाडे लेखे लग जूगी। महाराज बापू का परन पूरा हो जाऊगा तुहानूं भोजन छका के। मुल खरीदी लाला गोला मेरा नौ सुभागा,
गुर की बचनी हाट बकाना, जित लाया तित लागा। फिर जिमें कहूगा उमें करना ही पैना, अगला पैसे देऊगा। कहो सतनाम श्री। जिमें अगला मालक मैनू कहूगा फिर महाराज मैं वो सारे काम करांगा। ते उस वेले धन धन श्री गुरु नानक देव जी महाराज उस बच्चे का ऐसा सुभाव देख करके उसनूं होर बचन पुछदे हन, बच्चा तैनूं जिहड़ा मालक है वो झिड़केगा भी। कहंदे जी कोई गल नहीं, तेरे लाले क्या चतुराई। फिर मेरी उत्थे कोई सियाण थोड़ा चलनी है चलाकी। लाला हुंदा है गोला, लाला गोला दोनों फिर इकट्ठे वरते जाते हैं। एक तो हुंदा नौकर, नौकर ताड़ के कहंदा तनख्वाह धर, महीना पूरा हो गया, गोला मंगदा नहीं कुछ। कहो सतनाम कहिया करना, दिता लेना, जो फड़ाता ठीक है जी धन्नवाद। गरीबां नाथां तेरा माना, साडा होर कोई है ही नहीं गा, तैनूं छड्ड के जावांगे कित्थे। जे लड़ भी पवांगे, जिवें गुरु प्यारो रागी जिस वेले सतगुरु पातशाह जी नाल गुस्से होकर 20 रुपइया पिछे चले गए, कुड़ी दे विआह वास्ते पैसे मंगे। पातशाह कहंदे फिक्र ना करो, असीं आपे विआह कर देंगे। कहंदे ना पैसे दिओ सानूं। सत्ता बलवंडा रागी फिर किते टिकाणा मिलिया, अखीर उत्थे ही आके डिगना पिया। है ही नहीं कोई होरे तिथों वड्डा, मैं जावां कित्थे। कहन लग्या तेरे लाले क्या चतुराई। वो बच्चा कहंदा, वैसे बाबे नानक ने शब्द बनाया, वर्डिंग बच्चे दी सीगी। वो कहना जी मैं फिर की कर सकना, कुछ चलाकी थोड़ा चलूगी, जो अगला पैसे देऊगा करना ही पैना। साहिब का हुक्म न करना जाई, ओदा मैं हुक्म थोड़ा मोड़ सकदा। माँ लाली प्यो लाला मेरा। लाली लाला नाम नहीं है, लाली लाला मतलब सेवादार। परिवार सारा ही सेवादार है। माता भी जिवें ओदा पति कहंदा उवें करदी है। बीबी ਉਹਦੇ घर वाली वो भी कहती जी ठीक है, लै जाओ बच्चे नूं, दे आओ किते एडवांस लियाओ, खर्चा पानी लियाओ साधुआं वास्ते। बच्चा कहना माँ लाली प्यो लाला मेरा, मेरी माँ भी लाली मेरा प्यो भी लाला, भाव गोला तुहाडे सेवक। हाँ लाले का जाया ते मैं इन्हां सेवकां दा पुत्र हाँ, और तेरे हुक्म दे अंदर लाली नाचै लाला गावै। इत्थे नचना ते गाउणा मतलब सेवा सिमन करना। कहो सतनाम श्री। मेरी माँ जिहड़ी वो भी तेरे हुक्म दे अंदर नचदी आ, मेरा पिता भी तेरे हुक्म अंदर है। भगत करो तेरी राया मालका, असी तेरे हुक्म अंदर हाँ। जे मैनू वो खरीदण वाला पानी मंगू तो मैं पानी भी लैके दूँ। पिए तो पानी आनी मीरा, मालको पानी पियोगे तो पानी भी लियाऊंगा। खाहे तो पीसन जाओ, उदों चक्कियां हथ नाल चलदियां सी, प्रशादा छकोगे तो मैं कणक पी के आटा बना के रोटी बना रहा। कोई सतनाम बनाउणा पैना। खाहे तो पीसन जाओ, पक्खा फेरी पैर मलावा, मैं पक्खा भी चलांगा, पैर भी कुटांगा, चरण भी कुटांगा, मालिश करांगा। मलावा मालिश करना। पातशाह जी कहंदे जपत रहा तेरा नाओ। वो बच्चा कहना महाराज मैं तेरा नाम जपदा रहा, कोई गल नहीं, तुहाडी सेवा दे वास्ते मैं विकण जा रहा। मैं तो वड्डे भागां वाला, साधुआं दे हुक्म विच मेरा जीवन लग रहा। कहन लग्या लूण हरामी नानक लाला बख्शे तुद वडियाई। वैसे फिर भी असीं गलतियां दे पुतले हाँ। लूण हरामी इन्नी सेवा करने वाला भी कह रहा असी लूण हरामी हाँ, वैसे पूरा नहीं सेवा कर रहे हजे। जे तू बख्श लवें तो तेरा बहुत बहुत धन्नवाद है। आर जुगादी अध्यापक दाता तुद बिन मुक्त न पाई, तेरे बिना साडी मुक्ति कित्थे आ। ते सतगुरु पातशाह जी ने उस बच्चे नूं गले नाल लाया, प्यार दिता। बच्चे दे पिता नूं कहंदे किते नहीं जाना, तेरे घरे सब कुछ हुणे ही आ जांदा। कोई सतनाम श्री। 5-7 दिन उत्थे रहे, उत्थे सब कुछ छकिया, तुर पे। ते तुरदियां तुरदियां ने पता फिर एक होर काम कीता। जिहड़ी छन सी उहदी थमी नूं हथ लाया ते डेग दित्ती। कोई सतनाम श्री। घड़े भन दिते।
ਚੱਲ ਬਈ ਮਰਦਾਨੇ ਚੱਲੀਏ ਆਪਾਂ। ਕਹੋ ਸਤਨਾਮ ਸੀ। ਹੁਣ ਜਿਸ ਤਰ੍ਹਾਂ ਲక్ష్ਮੀ ਨੂੰ ਆਪਣੇ ਪਤੀ ਪਰਮੇਸ਼ਰ ਦੀ ਸਮਝ ਨਹੀਂ ਆਉਂਦੀ, ਮਰਦਾਨੇ ਨੂੰ ਵੀ ਘੱਟ ਹੀ ਆਉਂਦੀ ਕਦੇ ਕਦੇ। ਜਦੋਂ ਥੋੜ੍ਹੀ ਦੂਰ ਚਲੇ ਗਏ, ਉਹ ਬੰਦੇ ਨੇ ਕੁਛ ਵੀ ਨਹੀਂ ਕਿਹਾ ਅੱਗੋਂ ਵੀ ਮਹਾਰਾਜ ਆਹ ਕੀ ਕਰਤਾ, ਘਰ ਢਾਤਾ। ਪਰ ਸਾਨੂੰ ਇਹ ਤਾਂ ਪਤਾ ਨਾ, ਜੇ ਨਵਾਂ ਪਾਉਣਾ ਹੋਵੇ ਤਾਂ ਪੁਰਾਣਾ ਢਾਉਣਾ ਪੈਂਦਾ। ਕਹੋ ਸਤਨਾਮ ਸੀ। ਢਾਹ ਗਿਆ ਬਾਪੂ ਤੇ ਬਣਾਊਗਾ ਵੀ ਹੁਣ ਉਹੀ। ਉਹਨੇ ਅੱਗੋਂ ਇਹ ਨਹੀਂ ਕਿਹਾ ਵੀ ਕਿਉਂ ਢਾਤਾ, ਉਹ ਚੁੱਪ ਹੱਥ ਬੰਨ੍ਹੀ ਖੜਾ। ਘਰੋਂ ਬਾਹਰ ਨਿਕਲ ਗਏ, ਛੱਡਣ ਆਇਆ ਦੂਰ ਤੱਕ, ਪਾਤਸ਼ਾਹ ਜੀ ਨੂੰ ਵਿਦਾ ਕਰਨ ਆਇਆ। ਥੋੜ੍ਹੀ ਦੂਰੀ 'ਤੇ ਜਾ ਕੇ ਵਿਦਾ ਕਰਤਾ। ਪਾਤਸ਼ਾਹ ਜੀ ਕਹਿੰਦੇ ਚੰਗਾ ਫਿਰ ਜਾ ਭਾਈ ਤੂੰ, ਅਸੀਂ ਚਾਹੁੰਦੇ ਹਾਂ ਗਾਹਾਂ ਕਿਧਰੇ ਹੋਰ ਵੀ ਜਾਣਾ, ਤੂੰ ਮੁੜ ਜਾ। ਉਹ ਘਰੇ ਮੁੜ ਗਿਆ। ਘਰੇ ਜਾ ਕੇ ਵੇਖਦਾ ਸਾਰਾ ਕੁਝ ਇੰਤਜ਼ਾਮ ਹੋਇਆ ਪਿਆ ਹੈ, ਅਤੇ ਇੱਧਰ ਮਰਦਾਨੇ ਨੇ ਵੇਖਿਆ ਨਹੀਂ ਸੀਗਾ। ਪੁੱਛਦਾ ਬਾਪੂ ਇਹ ਕੀ ਕਰਤਾ ਤੂੰ ਹੈ? ਇੰਨਾ ਵਿਚਾਰਿਆਂ ਨੇ ਜਲ ਪਾਣੀ ਛਕਾਇਆ, ਸੇਵਾ ਕੀਤੀ, ਬੱਚੇ ਤੱਕ ਨੂੰ ਵੇਚ ਕੇ ਪੈਸੇ ਲਿਆ ਕੇ ਤੈਨੂੰ ਪ੍ਰਸ਼ਾਦਾ ਛਕਾਇਆ, ਛਕਾਉਣ ਦਾ ਇਰਾਦਾ ਕੀਤਾ ਉਹਨਾਂ ਨੇ, ਅਤੇ ਤੂੰ ਜਾਂਦਾ ਜਾਂਦਾ ਘਰ ਵੀ ਢਾਹ ਗਿਆ। ਕਹਿੰਦੇ ਮਰਦਾਨਿਆਂ ਮੈਨੂੰ ਬਹੁਤ ਪਿਆਰ ਆਇਆ। ਕਹਿੰਦੇ ਪਿਆਰ ਦੀ ਖੇਡ ਆ, ਢਾਹ ਦੇਣਾ? ਕਹਿੰਦੇ ਇਹ ਵੀ ਪਿਆਰ ਦੀ ਖੇਡ ਹੈ। ਸੁਨਿਆਰੇ ਕੋਲੇ ਸੋਨਾ ਲੈ ਕੇ ਜਾਓ, ਨਵਾਂ ਡਿਜ਼ਾਇਨ ਬਣਾਉਣਾ ਗਹਿਣਿਆਂ ਦਾ, ਅਤੇ ਪੁਰਾਣਾ ਭੰਨਣਾ ਹੀ ਪੈਣਾ ਡਿਜ਼ਾਇਨ ਉਹਨੂੰ। ਕਹੋ ਸਤਨਾਮ ਸ੍ਰੀ। ਜੇ ਤੁਸੀਂ ਕਹੋ ਨਾ ਭਾਈ ਭੰਨੀ ਨਾ, ਨਵਾਂ ਬਣਾ ਦੇ, ਐਂ ਤਾਂ ਕਿਵੇਂ ਹੋ ਜੂ ਕੰਮ? ਫਿਰ ਭੰਨਣਾ ਵੀ ਪੈਣਾ, ਖੋਟ ਵੀ ਕੱਢਣਾ ਪੈਣਾ। ਇਵੇਂ ਜਿਵੇਂ ਸਾਨੂੰ ਵੀ ਸਤਿਗੁਰ ਭਾਈ ਮੱਝ ਵਾਂਗੂ ਭੰਨਦਾ ਵੀ ਹੈ ਅਤੇ ਬਣਾਉਂਦਾ ਵੀ ਹੈ। ਘੁਮਿਆਰ ਦੀ ਅਵਸਥਾ ਵੇਖੋ, ਘੁਮਿਆਰ ਵਰਗ ਹੈ ਗੁਰੂ ਅਤੇ ਪਰਮੇਸ਼ਰ। ਜਦ ਕੱਚੇ ਘੜੇ ਨੂੰ ਵਧਾਉਂਦਾ ਹੈ ਨਾ, ਬਾਹਰੋਂ ਵੇਖਣ ਵਾਲਾ ਕਹਿੰਦਾ ਭੰਨੂਗਾ, ਇਹ ਤਾਂ ਮਿੱਟੀ ਹੁਣ ਟੁੱਟ ਜੂ। ਕਿਵੇਂ ਥਾਪੇ ਮਾਰਦਾ ਚੱਕ ਚੱਕ ਕੇ, ਕੁੱਟ ਕੁੱਟ ਕੇ ਉਸ ਗਮਲੇ ਜਿਹਨੂੰ ਪਹਿਲਾਂ ਗਮਲਾ ਜਿਹਾ ਬਣਾਉਂਦਾ ਚੱਕ 'ਤੇ, ਫਿਰ ਕੁੱਟ ਕੁੱਟ ਕੇ ਉਹਨੂੰ ਚੌੜਾ ਕਰਦਾ, ਫਿਰ ਉਹਦਾ ਘੜਾ ਬਣਾ ਦਿੰਦਾ। ਪਰ ਬਾਹਰੋਂ ਆਪਣੇ ਵਰਗਾ ਅਣਜਾਣ ਬੰਦਾ ਵੇਖ ਕੇ ਕਹਿੰਦਾ ਵੀ ਇਹ ਟੁੱਟ ਜੂਗਾ, ਹੁਣ ਇਹ ਮਿੱਟੀ ਕਿੰਨਾ ਚਿਰ ਕੱਟੂਗੀ ਸੱਟਾਂ। ਪਰ ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਤੈਨੂੰ ਹੱਥ ਦਿਸਦਾ ਨਹੀਂ ਪਰਮੇਸ਼ਰ ਦਾ, ਉਹ ਘੁਮਿਆਰ ਦਾ, ਅੰਦਰਲੇ ਪਾਸਿਓਂ ਮਿੱਟੀ ਨੂੰ ਬਚਾਉਣ ਵਾਸਤੇ ਜਿਹੜਾ ਲਾਈ ਬੈਠਾ ਹੈ, ਉਹਦੇ ਰਾਹੀਂ ਸੱਟ ਮਾਰਦਾ, ਉਹ ਸਿੱਧੀ ਸੱਟ ਨਹੀਂ ਮਾਰ ਰਿਹਾ। ਕੋਈ ਸਤਨਾਮ ਸੀ। ਐਸਾ ਹੀ ਪਰਮੇਸ਼ਰ ਹੈ, ਆਪਦੇ ਪਿਆਰਿਆਂ ਨੂੰ ਭੰਨਦਾ ਵੀ ਹੈ, ਕੁੱਟਦਾ ਵੀ ਹੈ, ਵਧਾਉਂਦਾ ਵੀ ਹੈ ਅਤੇ ਬਣਾਉਂਦਾ ਵੀ ਹੈ। ਫਿਰ ਉਹ ਘੜਾ ਇੰਨੀਆਂ ਸੱਟਾਂ ਖਾ ਕੇ, ਪਹਿਲਾਂ ਮਿੱਟੀ ਗੁੰਨੀ ਘੁਮਿਆਰ ਨੇ, ਲੱਤਾਂ ਮਾਰ ਮਾਰ ਕੇ ਹੱਥਾਂ ਦੇ ਨਾਲ ਗੁੰਨ ਗੁੰਨ ਕੇ, ਫਿਰ ਚੱਕ 'ਤੇ ਚੜ੍ਹਾਈ, ਚੱਕ 'ਤੇ ਚੜ੍ਹਾ ਕੇ ਫਿਰ ਉਹਨੂੰ ਧਾਗੇ ਦੇ ਨਾਲ ਕੱਟਿਆ, ਫਿਰ ਉਹਨੂੰ ਕੁੱਟਿਆ, ਫਿਰ ਆਵੀ 'ਚ ਰੱਖਤਾ, ਅਤੇ ਆਵੀ ਵੀ ਜਿਹੜਾ ਪਿੱਲਾ ਰਹਿ ਗਿਆ ਉਹ ਸਿੱਟਤਾ ਪਰੇ, ਅਤੇ ਜਿਹੜਾ ਪੱਕ ਗਿਆ ਉਹਦਾ ਫਿਰ ਮੁੱਲ ਪਿਆ। ਕਹੋ ਸਤਨਾਮ ਸੀ। ਅਤੇ ਫਿਰ ਉਸ ਘੜੇ ਨੂੰ ਬੀਬੀਆਂ ਖਰੀਦਣ ਆਈਆਂ। ਫਿਰ ਬੀਬੀਆਂ 'ਤੇ ਸਿਰ 'ਤੇ ਬਹਿ ਗਿਆ ਉਹ ਘੜਾ। ਪਰ ਕਿੰਨੇ ਦੁੱਖ ਝੱਲ ਕੇ ਬੈਠਾ। ਕਹੋ ਸਤਨਾਮ ਸੀ। ਕਿੰਨੇ ਦੁੱਖਾਂ ਦੇ ਵਿੱਚੋਂ ਦੀ ਟੱਪਿਆ। ਭਾਵ ਉਹ ਸਤਿਕਾਰਯੋਗ ਹੋ ਗਿਆ ਉਹ ਘੜਾ। ਜਿਵੇਂ ਘੜਾ ਸਤਿਕਾਰਯੋਗ ਹੋ ਗਿਆ, ਇਵੇਂ ਸਿੱਖ ਨੂੰ ਵੀ ਪਾਤਸ਼ਾਹ ਕਹਿੰਦੇ ਸਤਿਕਾਰ ਦਿਵਾਉਂਦਾ ਪਰਮੇਸ਼ਰ। ਜਾਂ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉਹ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ। ਮਰਦਾਨਾ ਪੁੱਛਦਾ ਘਰ ਕਿਉਂ ਢਾਤਾ ਉਹਦਾ? ਮਹਾਰਾਜ ਕਹਿੰਦੇ ਮਰਦਾਨਿਆਂ ਨਵਾਂ ਬਣਾਉਣਾ ਸੀਗਾ, ਇਸ ਕਰਕੇ ਪੁਰਾਣਾ ਢਾਇਆ, ਹੁਣ ਨਵਾਂ ਬਣ ਜੂਗਾ ਆਪੇ। ਕਹੋ ਸਤਨਾਮ ਸ੍ਰੀ। ਇੱਕ ਰਾਜਾ ਦਾ ਵੀ ਸੁਭਾਅ ਸੀ, ਜਦੋਂ ਕੋਈ ਸਾਧੂ ਆਉਂਦਾ ਉਹਨੂੰ ਭੋਜਨ ਛਕਾਉਂਦਾ ਔਰ ਮੂੰਹੋਂ ਮੰਗਿਆ ਭੋਜਨ ਦਿੰਦਾ। ਅਤੇ ਧੰਨ ਗੁਰੂ ਨਾਨਕ ਦੇਵ ਜੀ ਮਰਦਾਨੇ ਵਾਲੇ ਸਮੇਤ ਉੱਥੇ ਪਹੁੰਚ ਗਏ ਰਾਜੇ ਦੇਸ਼ ਵਿੱਚ। ਦੇਖਦੇ ਹਾਂ ਭਲਾ ਕਿੰਨਾ ਕੁ ਦਾਨ ਕਰਦਾ ਇਹ ਕਹਿੰਦਾ ਮੈਂ ਮੂੰਹੋਂ ਮੰਗਿਆ ਦੇਵਾਂਗਾ। ਇਹਦੀ ਪ੍ਰੀਖਿਆ ਲੈਂਦੇ ਹਾਂ। ਚਲੇ ਗਏ। ਰਾਜਾ ਕਿਸੇ ਤਰ੍ਹਾਂ ਪਹੁੰਚਿਆ। ਮਹਾਂਪੁਰਸ਼ੋ ਆਓ, ਜਲ ਪਾਣੀ ਛਕੋ। ਕੀ ਛਕਾਏਗਾ? ਮਹਾਰਾਜ ਜਿਹੜਾ ਕਹੋਗੇ। ਪਾਤਸ਼ਾਹ ਨੇ ਕਲਾ ਵਰਤਾਈ ਅਤੇ ਬਾਲੇ ਨੂੰ ਸ਼ੇਰ ਬਣਾਤਾ। ਕਹੋ ਸਤਨਾਮ ਸ੍ਰੀ। ਭੇਸ ਬਦਲਤਾ, ਬਾਲੇ ਦਾ ਸ਼ੇਰ ਬਣਾਤਾ। ਇਹ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ, ਸਭ ਕੁਝ ਹੋ ਜਾਂਦਾ, ਕਨਵਰਟ ਹੋ ਜਾਂਦੇ ਆ ਸਰੀਰ। ਜੋਗੀ ਵੀ ਪੰਛੀ ਬਣ ਕੇ ਉੱਡਣ ਲੱਗ ਜਾਂਦੇ ਸੀ। ਕਹੋ ਸਤਨਾਮ ਸ੍ਰੀ। ਜਿਸ ਵੇਲੇ ਬਾਲੇ ਨੂੰ ਸ਼ੇਰ ਬਣਾਤਾ ਅਤੇ ਬਣਾ ਕੇ ਕਹਿਣ ਲੱਗੇ ਵੀ ਅਸੀਂ ਤਾਂ ਬਾਅਦ 'ਚ ਖਾਵਾਂਗੇ, ਪਹਿਲਾਂ ਸਾਡੇ ਸ਼ੇਰ ਨੂੰ ਭੋਜਨ ਕਰਾ। ਕਹੋ ਸਤਨਾਮ ਸ੍ਰੀ। ਮਹਾਰਾਜ ਸ਼ੇਰ ਕੀ ਖਾਊਗਾ? ਸ਼ੇਰ ਤਾਂ ਕਹਿੰਦੇ ਜਿਹਨੇ ਸੇਵਾ ਕਰਨੀ ਉਹਦੇ ਬੱਚੇ ਨੂੰ ਹੀ ਖਾਂਦਾ। ਕਹੋ ਸਤਨਾਮ ਸ੍ਰੀ। ਤੇਰਾ ਪੁੱਤਰ ਹੈਗਾ ਜੀ? ਕਹਿੰਦੇ ਫਿਰ ਤੇਰੇ ਪੁੱਤਰ ਨੂੰ ਖਵਾ ਇਸ ਨੂੰ। ਕਹੋ ਸਤਨਾਮ ਸ੍ਰੀ। ਉਹ ਨਹੀਂ ਕੁਛ ਖਾਂਦਾ ਮੇਰਾ ਸ਼ੇਰ। ਔਰ ਰਾਜੇ ਨੇ ਘਰੋਂ ਬੱਚੇ ਨੂੰ ਸੱਦ ਲਿਆ। ਕਹਿੰਦੇ ਜਾਓ ਵੀ ਬੱਚੇ ਨੂੰ ਬੁਲਾ ਕੇ ਜਾਓ। ਬੱਚਾ ਲਿਆਂਦਾ। ਲਓ ਮਹਾਰਾਜ ਹਾਜ਼ਰ ਹੈ।
कहते बच्चा तैनू तेरा प्यो शेर नूं खवाउण लग्या। कहना जी कोई गल नहीं, मरना ही अज की ते कल साधुओं की सेवा तो हो जाऊगी। कहो सतनाम श्री। अज मरना कि कल मरना है, जिंदगी लेखे तो लग जू। कहते जा फिर शेर कोले। भी शायद जाता रहता डर जे जवाक, पर नहीं डरिया, कोले जा खड़िया। पातशाह ने कला वरताई, बाले नूं बाले बदलता, सही रूप च करता ते राजे नूं आशीर्वाद बाकिया तू अपनी जिहड़ी प्रीखिया विच पास हो गया। गुरु किरपा करन। इसे तरह साधुआं ने संगियां नूं गुरु तारदा आया। प्रीतम का शब्द पढ़िया सी, ब्रह्म ਗਿਆਨੀਆਂ ਦੀ अवस्था ਆਪਾਂ ਇਹਨਾਂ 2-3 ਸਾਖੀਆਂ चो जानी आ जिन्हां नूं ब्रह्म ज्ञान हो गया। गुरु ने किरपा की। ਕਹਿਆ ਕਰ ਨਾ ਦਿੱਤਾ ਲੈਣਾ, ਹੁਣ ਤੂੰ ਜਿਵੇਂ ਕਹੇਗਾ ਉਵੇਂ ਕਰਾਂਗੇ, ਜੋ ਦੇਵੇਗਾ ਉਹੀ ਪ੍ਰਵਾਨ ਹੈ। ਗਰੀਬਾਂ ਅਨਾਥਾਂ ਤੇਰਾ ਮਾਣਾ, ਸਾਡਾ ਹੋਰ ਕੋਈ ਵੀ ਨਹੀਂ ਤੈਥੋਂ ਬਿਨਾ। ਸਭ ਕੁਛ ਤੂੰ ਹੈ ਮੇਰੇ ਪਿਆਰੇ ਮਾਲਕਾ, ਵਾ ਸਾਡਾ ਤੂੰ ਹੀ ਹੈ, ਹੋਰ ਕੋਈ ਵੀ ਨਹੀਂ ਹੈਗਾ। ਸਭ ਕੁਛ ਤੂੰ ਹੈ ਮੇਰੇ ਪਿਆਰੇ, तेरी कुदरत को बल जाई जियो। बलिहारे जावा तेरी कुदरतों, बलिहारी कुदरत बसिया। एक वो भी आ पंछी थल वसन, रोड़ चुगण थल वसन, रब न छोड़न पास। वो जानवर भी जंगलों विचों दाने, रोड़ दा मतलब दाने धरती डिगियां हुई चीज़ां खानियां, वो चुगते है पर रब नूं याद करते हैं। तो एक बंदा है जिहड़ा सब कुछ लैके मनुक्ख होया। कोई सतनाम श्री। कमाल की गल है, एक मनुख रोज़ आउंदा है, किसी भी धर्म स्थान पर कह दिओ, गुरु घर कह दिओ, मसीत च कह दिओ, किते भी जांदा वो मत्था टेकण, वो लांभा जिहा दिंदा, कहंदा मैं रोज़ तेरे कोल आउणा, मेरे पैरां जोड़े है नहीं, तू जोड़े नहीं दवा सकदा कितों। कोई सतनाम श्री। लांभा दे के मुड़ जाता। एक दिन वो मुड़न लग्या, उहदे मगरले पासे एक होर आ गया नमस्कार करन, उहदियां लत्तां कट्टियां हुईयां, रुड़ के आया। आके सामने कहना शुक्र है दर्शन होए महाराज, बड़ी किरपा हुई, अज दा दिन सफला होया। वो झाकिया भी है, मैं जोड़ियां पिछे लांभे दे जाना, इन्हें कदे ऐ नहीं कि मैं टुट्टियां लत्तां देतियां, ਇਹਦੇ ਪੈਰ ਹੀ ਹੈ ਨਹੀਂ, ਰੁੜ ਕੇ ਆਉਂਦਾ ਹੈਗਾ। ਇਹ ਫੇਰ ਵੀ ਕਹਿੰਦਾ ਵੀ ਧੰਨਵਾਦ ਮਹਾਰਾਜ, ਦਰਸ਼ਨ ਦਿੱਤੇ। ਆਪਣੇ ਆਪ ਉਹਨੂੰ ਗਿਆਨ ਕਰਾਉਣ ਵਾਸਤੇ ਪਰਮੇਸ਼ਰ ਨੇ ਘਟਨਾ ਘਟਾਈ। ਖੈਰ ਭਾਣੇ ਉਜੜ ਭਾਣੇ ਰਾਹਾ, ਜਿਨ੍ਹਾਂ ਨੂੰ ਇਹ ਸੋਝੀ ਆ ਗਈ, ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੂੰ ਪਤੀ ਪਰਮੇਸ਼ਰ ਮਿਲ ਗਿਆ, ਉਹਨਾਂ ਸੁਹਾਗਣ ਇਸਤਰੀਆਂ ਦੀ ਇਹ ਗੱਲ ਹੈ, ਕਿਉਂਕਿ ਲੜੀ ਉਹੀ ਚੱਲ ਰਹੀ ਹੈ, ਹਜੇ ਪੂਰੀ ਨਹੀਂ ਹੋਈ। ਤਾਂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜੀਵ ਇਸਤਰੀ ਮਾਲਕ ਨਾਲ ਮਿਲ ਕੇ ਫਿਰ ਉਹਦੇ ਭਾਣੇ ਵਿੱਚ ਆ ਜਾਂਦੀ ਆ। ਉਹਦੇ ਭਾਣੇ ਨੂੰ ਮੰਨਦੀ ਹੋਈ ਫਿਰ ਜਿਵੇਂ ਰੱਖੇ ਉਵੇਂ ਠੀਕ ਆ। ਕੋਈ ਸਮਾਂ ਸੀ ਸੁਲੱਖਣੀ ਮਾਤਾ ਬਾਬੇ ਨਾਨਕ ਨਾਲ ਵਿਆਹੀ ਗਈ, ਮੂਲੇ ਚੋਣੇ ਦੀ ਪੁੱਤਰੀ ਆ, ਉਹ ਵੀ ਪਟਵਾਰੀ ਆ ਤਕੜਾ, ਲਾਡਾ ਪਿਆਰਾਂ ਨਾਲ ਪਾਲੀ ਆ ਲੜਕੀ। ਪਰ ਇੱਧਰ ਪਤੀ ਮਿਲਿਆ ਤਾਂ ਮੋਦੀ ਖਾਨੇ 'ਤੇ ਬੈਠਾ ਰਹਿੰਦਾ, ਘਰੇ ਆਉਂਦਾ ਹੀ ਨਹੀਂਗਾ, ਨਾ ਕੋਈ ਪੈਸੇ ਘਰੇ ਫੜਾਉਂਦਾ ਵੀ ਆ ਪੈਸੇ ਰੱਖ ਲਾ। ਪਰ ਇੱਧਰ ਬੇਬੇ ਨਾਨਕੀ ਇੰਤਜ਼ਾਮ ਪੂਰਾ ਕਰਦੀ ਆ ਖਾਣ ਪੀਣ ਦਾ, ਭੁੱਖੀ ਨਹੀਂ ਮਰਦੀ ਸੁਲੱਖਣੀ, ਸਭ ਕੁਝ ਘਰੇ ਹੈ। ਪਰ ਇੱਕੋ ਹੀ ਦੁੱਖ ਹੈ ਕਿ ਨਾ ਤਾਂ ਮੇਰਾ ਪਤੀ ਘਰੇ ਆਉਂਦਾ ਹੈ ਤੇ ਨਾ ਹੀ 4 ਪੈਸੇ ਜੋੜਦਾ ਹੈ। ਪਤਾ ਲੱਗਿਆ ਕਿ ਸਾਧੂਆਂ ਨੂੰ ਵੰਡੀ ਜਾਂਦਾ ਫਰੀ ਦੇ ਵਿੱਚ। ਉਦੋਂ ਵੀ ਵੱਡੀ ਘਟਨਾ ਘਟ ਗਈ ਜਿਸ ਵੇਲੇ ਦੂਸਰਾ ਪੁੱਤਰ ਉਹਨਾਂ ਦੇ ਕੁੱਖ ਵਿੱਚ ਸੀਗਾ। ਕੀ ਹੋਇਆ, ਪਾਤਸ਼ਾਹ ਅਲੋਪ ਹੋ ਗਏ। ਤੀਜੇ ਦਿਨ ਮੁੜੇ ਆ ਕੇ ਫਿਰ ਮੋਦੀ ਖਾਨਾ ਲੁਟਾਤਾ। ਫਿਰ ਜਾ ਕੇ ਸ਼ਮਸ਼ਾਨ ਘਾਟ 'ਚ ਬੈਠ ਗਏ। ਉਹਨੇ ਆਪਣੇ ਪੇਕੇ ਸੁਨੇਹਾ ਭੇਜਿਆ, ਪੇਕਿਆਂ ਤੋਂ ਮੂਲਾ ਚੋਣਾ ਤੇ ਸੱਸ ਚੰਦੋ ਰਾਣੀ ਦੋਨੇ ਆ ਗਏ, ਆ ਕੇ ਲੜਨ ਲੱਗੇ। ਸਾਖੀ ਤਾਂ ਬਹੁਤ ਲੰਮੀ ਹੈ। ਅਖੀਰ ਇਹ ਫੈਸਲਾ ਹੋਇਆ ਵੀ ਹੁਣ ਸਾਡੀ ਲੜਕੀ ਇੱਥੇ ਨਹੀਂ ਵੱਸ ਸਕਦੀ, ਕਿਉਂਕਿ ਇਹ ਤਾਂ ਸਾਧ ਬਣ ਗਿਆ। ਮੋਦੀ ਖਾਨੇ ਤੋਂ ਉਹਨੇ ਹਟਾ ਦਿੱਤਾ ਹੈ, ਦੌਲਤ ਖਾਨੇ ਲੁਟਾ ਹੀ ਦਿੱਤਾ ਜਦੋਂ ਉਹਨੇ, ਹੁਣ ਕੀ ਲਾਉਣਾ ਇਹਨੂੰ, ਸਾਡੀ ਕੁੜੀ ਭੁੱਖੀ ਮਰੂਗੀ।
ਕਹਿੰਦੀ ਅਸੀਂ ਤਾਂ ਕੁੜੀ ਨੂੰ ਨਾਲ ਲੈ ਕੇ ਜਾਵਾਂਗੇ। ਬਹੁਤ ਸਮਝਾਇਆ ਬੇਬੇ ਨਾਨਕੀ ਨੇ ਵੀ ਨਹੀਂ ਮਾਸੀ ਆਏ ਨਾ ਕਰੋ, ਮੈਂ ਸਭ ਇੰਤਜ਼ਾਮ ਕਰੂੰਗੀ। ਕਹਿੰਦੀ ਨਹੀਂ, ਤੁਹਾਡੇ ਭਰਾ ਨੂੰ ਕਿਉਂ ਨਹੀਂ ਸਮਝਾਉਂਦੀ? ਕਹਿੰਦੀ ਭਰਾ ਕੋਈ ਪੁੱਠਾ ਕੰਮ ਕਰੇ ਤਾਂ ਮੈਂ ਸਮਝਾਵਾਂ, ਉਹ ਦੁਨੀਆ ਦੇ ਭਲੇ ਵਾਸਤੇ ਆਇਆ, ਇਹਦਾ ਵੀ ਖਿਆਲ ਰੱਖੂਗਾ, ਮੇਰਾ ਵੀ ਰੱਖਦਾ। ਦੇਖ 2 ਪੁੱਤਰ ਹੈ, ਕੋਈ ਸਤਨਾਮ ਸੁੱਖ ਨਾਲ 2 ਬੱਚੇ ਨੇ, 1 ਬੱਚਾ ਹੋ ਗਿਆ, ਦੂਜਾ ਹੋਣ ਵਾਲਾ। ਤਾਂ ਗੁਰੂ ਪਿਆਰਿਓ, ਉਸ ਵੇਲੇ ਫਿਰ ਸਮਾਂ ਮਤਲਬ 1 ਸਾਲ ਪਰ ਇਹ ਲੜਾਈ ਚੱਲਦੀ ਰਹੀ। ਕਦੇ ਸਹੁਰੇ ਆ ਗਏ, ਕਦੇ ਲੜਕੇ ਮੁੜ ਗਏ, ਕਦੇ ਅਖੀਰ ਉਹ ਦੂਸਰਾ ਬੱਚਾ ਪੈਦਾ ਹੋ ਗਿਆ ਲక్ష్ਮੀ ਦਾਸ। ਤੇ ਇੱਕ ਦਿਨ ਆਏ, ਕਹਿੰਦੇ ਇਸ ਤੋਂ ਲੈ ਕੇ ਜਾਵਾਂਗੇ। ਬੜਾ ਰੌਲਾ ਪਿਆ। ਬੇਬੇ ਨਾਨਕੀ ਨੇ ਅਖੀਰ ਬੇਨਤੀ ਕੀਤੀ ਵੀ ਚੱਲ ਵੱਡਾ ਪੁੱਤਰ ਸ਼੍ਰੀ ਚੰਦ ਮੇਰੇ ਕੋਲ ਛੱਡ ਜਾਓ, ਛੋਟੇ ਨੂੰ ਤੁਸੀਂ ਲੈ ਜਾਓ ਨਾਲ, ਨਾਲੇ ਆਉਂਦੇ ਜਾਂਦੇ ਰਹਿਓ, ਰਿਸ਼ਤੇਦਾਰੀ ਬਣਾਈ ਰੱਖੀ ਦੀ ਆ। ਕੋਈ ਸਤਨਾਮ ਸੀ, ਦੇਖਾਂਗੇ। ਲੈ ਕੇ ਨਾਲ ਬੇਬੇ ਸੁਲੱਖਣੀ ਨੂੰ। ਬਾਬਾ ਨਾਨਕ ਜੀ ਸ਼ਮਸ਼ਾਨ ਘਾਟ ਤੋਂ ਬਾਅਦ ਉਦਾਸੀਆਂ 'ਤੇ ਹੋ ਗਏ। ਚੌਥੀ ਉਦਾਸੀ ਵੇਲੇ ਆਹ ਜਿਹੜਾ ਕਰਤਾਰਪੁਰ ਨਗਰ ਹੈ ਇਹ ਵਸਾਇਆ ਸੀ। ਕੋਈ ਸਤਨਾਮ ਸੀ। ਕਰਤਾਰਪੁਰ ਦੀ ਜਗ੍ਹਾ ਵਿੱਚ ਜਾ ਕੇ ਬੈਠੇ। ਕਰੋੜੀ ਮੱਲ ਦੀ ਜਗ੍ਹਾ ਸੀ। ਉਹਨੇ ਪਹਿਲਾਂ ਤਾਂ ਭਜਾਉਣਾ ਚਾਹਿਆ ਗੁਰੂ ਸਾਹਿਬ ਨੂੰ ਉੱਥੋਂ, ਅਖੀਰ ਉਹਨੂੰ 2-3 ਵਾਰੀ ਪਾਤਸ਼ਾਹ ਨੇ ਤਜਰਬਾ ਦਿਖਾਇਆ। ਇੱਕ ਵਾਰੀ ਘੋੜੀ ਤੋਂ ਡਿੱਗ ਪਿਆ, ਕੋਈ ਲੱਤ ਟੁੱਟ ਗਈ, ਫਿਰ ਉਹਨੂੰ ਅਕਲ ਆ ਗਈ ਵੀ ਨਹੀਂ ਮੈਂ ਗਲਤ ਕਰ ਰਿਹਾ। ਮੁੜ ਕੇ ਸਾਰੀ ਜਗ੍ਹਾ ਹੀ ਉਹ ਕਰਤਾਰਪੁਰ ਨਗਰ ਵਾਲੀ ਬਾਬੇ ਨਾਨਕ ਦੇ ਨਾਂ ਲਵਾਤੀ, ਉਹ ਨਗਰ ਵਸਾਤਾ। ਫਿਰ ਬਾਬਾ ਜੀ ਆਏ ਇੱਥੇ ਆਪਣੇ ਸਹੁਰੇ ਪਿੰਡ ਬਟਾਲਾ ਸਾਹਿਬ, ਬਾਰ-ਬਾਰ ਬੈਠ ਗਏ। ਫਿਰ ਮੂਲਾ ਚੋਣਾ ਆ ਕੇ ਲੜ ਪਿਆ। ਬਸ ਆਹੀ ਕਸਰ ਰਹਿ ਗਈ ਸੀ। ਆ ਸਾਧ ਬਣ ਕੇ ਹੁਣ ਸਾਡੇ ਪਿੰਡ ਵਿੱਚ ਆ ਕੇ ਮੇਰੀ ਬੇਇੱਜ਼ਤੀ ਕਰਤੀ, ਫਲਾਨਿਆਂ ਦਾ ਜਵਾਈ ਸਾਧ ਬਣ ਗਿਆ। ਸੱਸ ਵੀ ਲੜੀ। ਇਤਨੇ ਪਤਾ ਲੱਗਿਆ ਘਰੇ ਮਾਤਾ ਸੁਲੱਖਣੀ ਨੂੰ, ਉਹ ਵੀ ਆ ਗਈ, ਉਹ ਵੀ ਲੜਨ ਲੱਗੀ। ਉੱਥੋਂ ਦਾ ਇੱਕ ਚੌਧਰੀ ਆ ਅਜੀਤਾ ਰੰਧਾਵਾ, ਹਿੱਤੇ ਦਾ ਪੁੱਤਰ ਹੈ, ਇਹ ਨਾਲ ਬੜੀ ਦੋਸਤੀ ਸੀ ਬਾਬੇ ਨਾਨਕ ਦੀ ਅਜੀਤੇ ਰੰਧਾਵੇ ਨਾਲ, ਉਹ ਵੀ ਆ ਗਿਆ। ਬਾਹਰ ਅਜੀਤੇ ਰੰਧਾਵੇ ਕੇ ਖੂਹ 'ਤੇ ਬੈਠੇ ਆ, ਖੇਤਾਂ 'ਚ ਹੀ ਬੈਠੇ ਆ, ਉੱਥੇ ਸਾਰੇ ਇਕੱਠੇ ਹੋ ਗਏ। ਜਦੋਂ ਬੇਬੇ ਸੁਲੱਖਣੀ ਵੀ ਲੜਨ ਲੱਗੀ ਤਾਂ ਅਜੀਤਾ ਰੰਧਾਵਾ ਕਹਿੰਦਾ ਭੈਣੇ ਤੂੰ ਨਾ ਲੜ, ਤੇਰਾ ਨਹੀਂ ਹੱਕ ਬਣਦਾ ਲੜਨਾ, ਕਿਉਂਕਿ ਤੇਰਾ ਇਹਦੇ ਬਿਨਾਂ ਸਰਨਾ ਵੀ ਨਹੀਂਗਾ, ਤੈਨੂੰ ਇਹਦੇ ਘਰੇ ਜਾਣਾ ਹੀ ਪੈਣਾ ਇੱਕ ਦਿਨ। ਕੋਈ ਸਤਨਾਮ, ਤੂੰ ਨਾ ਲੜ, ਤੇਰਾ ਮਾਂ ਪਿਓ ਜਿਵੇਂ ਮਰਜ਼ੀ ਲੜੇ। ਤੇ ਮੂਲੇ ਨੂੰ ਜੀਤਾ ਕਹਿੰਦਾ ਵੀ ਵੇਖ ਭਾਈ, ਜੇ ਤੈਨੂੰ ਐਂ ਲੱਗਦਾ ਮੈਂ ਕੁੜੀ ਨੂੰ ਰੋਟੀ ਨਹੀਂ ਖਵਾ ਸਕਦਾ, 3 ਬੱਚੇ ਹੋ ਗਏ, 3 ਜਣੇ ਹੋ ਗਏ, ਤੂੰ ਐਂ ਕਰ ਮੈਂ ਭੈਣ ਨੂੰ ਆਪਦੇ ਘਰ ਰੱਖ ਲੈਣਾ। ਕਹਿੰਦਾ ਬਸ ਰਹਿੰਦੀ ਖੁੰਦੀ ਤੂੰ ਖਰਾਬ ਕਰ ਦੇ, ਜਿਹੜੀ ਭੋਰਾ 'ਚ ਲੋਕ ਕੀ ਕਹਿਣਗੇ ਵੀ ਮੂਲਾ ਕੁੜੀ ਰੋਟੀ ਨਹੀਂ ਖਵਾ ਸਕਿਆ 2 ਸਾਲ। ਜਦੋਂ ਬੇਬੇ ਸੁਲੱਖਣੀ ਨੂੰ ਚੁੱਪ ਕਰਾਇਆ ਲੜਨ ਤੋਂ, ਫਿਰ ਰੋਣ ਲੱਗ ਪਈ। ਰੋਂਦੀ ਹੋਈ ਕਹਿੰਦੀ ਮੈਨੂੰ ਤਾਂ ਤੂੰ ਨਾਲ ਲੈ ਚੱਲ, ਮੈਥੋਂ ਇੱਥੇ ਆਂਢ ਗੁਆਂਢ ਦੇ ਜਿਹੜੇ ਤਾਨੇ ਮਿਹਣੇ ਨਹੀਂ ਚੱਲੇ ਜਾਂਦੇ। ਇੱਧਰਲੀ ਬੇਬੇ ਆਉਂਦੀ ਹੈ, ਕੁੜੇ ਤੂੰ ਗਈ ਨਹੀਂ ਹਲੇ, ਇੱਥੇ ਬੈਠੀ ਆ। ਸੁਣ ਕੇ ਕੁੜੀ ਨੂੰ ਪਤਾ ਨਾ ਵੀ ਕਿਉਂ ਨਹੀਂ ਗਈ, ਤੇ ਕਹਿਣ ਵੱਲ ਤੇ ਕਹਿ ਕੇ ਤੁਰ ਜਾਂਦੇ ਆ। ਸੁਲੱਖਣੀ ਮਾਤਾ ਕਹਿਣ ਲੱਗੇ ਮੈਥੋਂ ਹੁਣ ਚਾਚੀਆਂ ਤਾਈਆਂ ਦੇ ਆਂਢ ਗੁਆਂਢ ਦੀਆਂ ਬੁੜੀਆਂ ਦੇ ਤਾਨੇ ਮਿਹਣੇ ਝੱਲੇ ਨਹੀਂ ਜਾਂਦੇ, ਮੈਨੂੰ ਤੁਸੀਂ ਨਾਲ ਲੈ ਚੱਲੋ। ਬਾਬਾ ਨਾਨਕ ਫਿਰ ਉਹੀ ਗੱਲ ਕਹਿੰਦਾ ਸੁਲੱਖਣੀ ਦੇਖ ਲਾ ਮੇਰੇ ਘਰੇ ਗਰੀਬੀ ਆ, ਕਦੇ ਰੋਟੀ ਮਿਲ ਗਈ ਕਦੇ ਨਾ ਮਿਲ ਗਈ, ਵੈਸੇ ਘਾਟਾ ਤਾਂ ਕੋਈ ਨਹੀਂ, ਨਾਨਕ ਦੇ ਘਰੋਂ ਤਾਂ ਸਾਰੀ ਦੁਨੀਆ ਰਾਜਰਾ ਜਾ ਰਹੀ, ਅੱਜ ਦਾ ਮੌਕਾ ਦੇਖੀਏ ਜੇ। ਪਰ ਸੰਸਾਰੀ ਸਮਾਂ ਵੀ ਦਿਖਾਇਆ। ਸੁਲੱਖਣੀ ਪਤਾ ਨਹੀਂ ਕਦੇ ਮਿਲੇ ਕਦੇ ਨਾ ਮਿਲੇ, ਗਰੀਬੀ ਆ। ਤਾਂ ਸੁਲੱਖਣੀ ਨੇ ਆਹੀ ਗੱਲ ਕਹੀ ਸੀ, ਮਾਲਕਾ ਤੇਰੇ ਘਰੇ ਭੁੱਖੀ ਵੀ ਸੌਖਾ ਰਾਤ ਕੱਟ ਲੂੰਗੀ ਮੈਂ, ਪਰ ਇੱਥੇ ਮੈਂ ਰੱਜ ਕੇ ਵੀ ਜਦੋਂ ਕੋਈ ਆਂਢ ਗੁਆਂਢ ਦਾ ਤਾਨੇ ਮਿਹਣੇ ਮਾਰਦਾ, ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਘਰ ਦਾ, ਉਦੋਂ ਮੇਰੀ ਖਾਧਾ ਪੀਤਾ ਹਰਾਮ ਹੋ ਜਾਂਦਾ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਮੈਥੋਂ ਇੱਥੇ ਰਿਹਾ ਨਹੀਂ ਜਾਂਦਾ ਗਾ, ਹੁਣ ਤੂੰ ਮੈਨੂੰ ਲੈ ਚੱਲ। ਜੇ ਉੱਥੇ ਮੰਜਾ ਨਾ ਹੋਇਆ ਤਾਂ ਥੱਲੇ ਸੌਂ ਜਾਵਾਂਗੇ, ਪਰ ਇੱਥੇ ਨਹੀਂ ਕੱਟਿਆ ਜਾਂਦਾ। ਵਾਕਿਆ ਹੀ ਭਾਣੇ ਉਜੜ ਭਾਣੇ ਰਾਹਾ, ਮਾਲਕ ਦੇ ਹੁਕਮ ਦੇ ਅੰਦਰ ਹੀ ਸੁੱਖ ਹੈ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ, ਭਾਣੇ ਉਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰ ਗੁਰਮੁਖ ਗਾਵਾਹਾ। ਤੇਰੀ ਮਰਜ਼ੀ ਹੈ, ਜੇ ਤੰਦਰੁਸਤੀ ਦੇਵੇਂ ਤੇ ਤੇਰੇ ਗੁਣ ਗਾਵਾਂਗੇ, ਗਵਾਉਣੇ ਆ ਗਵਾਲਾ ਨਹੀਂ, ਤੇਰੀ ਮਰਜ਼ੀ ਆ। ਕੋਈ ਸਤਨਾਮ ਸੀ।
तेरी मर्जी आ उजाड़ च रख, तेरी मर्जी है बिल्डिंग च रख, तेरी मर्जी है रस्ते पा दे, तेरी मर्जी है रस्ता भुला दे, हाँ तो तेरे हुक्म के अंदर ही। ये ब्रह्म ज्ञानी कहते हैं, होर नहीं कोई कहता। कोई सतनाम, दूसरे लांभा देंदे आ। पर अज सुलखणी नूं पता लग्या भी पति दे नाल ही कट्टांगे तो जिंदगी वधिया है, होर किते मैनूं कोई ठिकाना नहीं। कहनी मैनूं लै चलो। बाबा नानक कहते जे गरीबी मंजूर है तो जा लिया बच्चिਆਂ ਨੂੰ, ਆਪਾਂ ਚੱਲਦੇ ਹਾਂ। कोई सतनाम सी। उस वेले घरों श्री चंद ते लक्ष्मीदास नूं मंगाया गया और धन गुरु नानक देव जी उत्थों लैके माता सुलखणी नूं, श्री चंद ते लक्ष्मीदास नूं उन्हां नूं लै करके फिर करतारपुर आके बस गए। कोई सतनाम सी, जो हुण पाकिस्तान च रस्ता खुलिया उस करतारपुर की गल है। फिर उत्थे आके वासा किया, उत्थे रह के रहंदा समा प्रचार किया। खैर ये है जिन्हां नूं समझ आ गई मालक दी, उन्हां दीयां गल्लां। भाने ओजड़ भाणे राहा, भाणे हर गुण गुर मोगा वाहा, भाणे भरम भावै बहु जूनी। ओदे भाणी अंदर, ओदे हुक्म अंदर ही ये जीव जूनिया विचों भी लंघदा है। कोई सतनाम। जिन्हां नूं समझ आ जाती है वह कहते सब किछ तिसै रजाई जियो, ये सब तेरे हुक्म अंदर ही हो रहा। कमाल की गल है। धन गुरु गोबिंद सिंह जी आनंदपुर साहब दे विच रह रहे न, तड़के तड़के सैर सपाटा करते हो कि चक्कर लाउंदे आ, ते रस्ते में कोई चिट्टे कपड़े वर्गे मेरे वर्गे रागी ग्रंथी आदि होर भी सेवा खड़े होंदे, जिहड़े बाणी पढ़न वाले आ। घंटा कीर्तन किया, थक गए, हुण तां सौं गए, इहो जे उन्हां दे कोल दी पातशाह टप जांदे आ। गाहां घोड़ियां वाला है भाई बेला, उहदे कोले जांदे आ, उहनूं गले ला लैंदे आ। उहदे कपड़े पानी नाल भिजे भुजे हुंदे आ, घोड़ियां नभाउंदा ना, सेवा करदा, उहनां दी मालिश करदा, उहनूं गले ला लैंदे आ। ते ओह कुछ ईरखालू लोकां नूं ईरखा हो गई, कहंदे यार बाबा अपने कनी झाकदा ही नहींगा, उहनूं जाके लिबड़े नूं गले ला लैंदा। कोई सतनाम सी। आपां पहिलां उहनूं भजाईए इत्थों, कहंदे भी ठीक आ। तिन्ना चारां ने रल के एक दिन भाई बेले नूं कुੱਟता भी आपां कुੱਟ दिओ आपे भज जूगा। दुखी होया, दुखी करो इहनूं। जद कुੱਟਿਆ तो उन्हें सट्टां बजियां कूहणियां काहणियां ते बाहां ते गुरु प्यारे उन्हें पट्टियां बन लियां। दूजे तीजे दिन गुरु साहब का गेड़ा बजिया, कहंदे बेलिया यहाँ की बजिया तेरे? कुछ नहीं बजिया जी। बजिया तो है, पट्टियां बन्नी फिरदा। कहंदे नहीं कुछ नहीं बजिया, मैनूं दसता सी किहने मारिया तैनूं, मैं पुछां उहनूं। कहंदा नहीं जी छड्डो खैड़ा, तू मैनूं दसता सही, कह तुसीं मारिया, होर किहने मारिया? कोई सतनाम। कहंदे मैं मारिया? मैं किहड़े वेले मारिया तेरे? कहंदे मैनूं ऐ दसो तुहाडे हुक्म तो बिना पत्ता हलदा? कहंदे नहीं हलदा। ते फिर मैनूं ऐ दसो फिर मैनूं कोई मार किवें जाऊ तेरे हुक्म तो बिना? तू ही मारिया। कोई सतनाम। मतलब कि उहने उन्हां मारन वालियां दा नाम भी नहीं दस्सिआगा। ते दूजे दिन भाई बेले नूं कहंदे चंगा दीवान च आ जा। ते पातशाह दीवान च आ गए, वो भी सारे बैठे आ विच। कहंदे भी खड़े हो जाओ जिन्हें भाई बेले नूं कुੱਟਿਆ। पहले तो उठे ना। पातशाह कहंदे उठ जाओ कि नाम लैके दसा किहने कुੱਟਿਆ? फिर खड़े हो गए। हाँ दसो। हथ बनी खड़े आ। कहंदे जी गलती हो गई। क्यों कुੱਟਿਆ क्यों? कहंदे जी माफ़ कर दो। कहंदे माफ़ तो फिर गल करांगे, पहले कुੱਟਿਆ क्यों है? कहंदे जी तुसीं साडे कोल दी टप जाने हो, साडे कन्नी झाकदे भी नहीं गए, तुसीं ये लिबड़े जिन्हों गले ला के प्यार करदे हो, सानूं ईरखा पैदा हो गई, असीं कुੱਟता भी भज जूगा, फिर साडे कन्नी झाकोगे? कहंदे जा मूर्ख, और तुसीं तां घंटा कथा करके घंटा कीर्तन करके कहने रात हुण तां थक गए बई सौ जो, फिर मंजे ते 4-4 घंटे सुत्ते रहंदे हो। ये 24 घंटे घोड़ियां दी मालिश करी जांदा। जद मेरा घोड़ा बाहरों थके आउंदा, लिया मैं तेरियां लत्तां घुट दियां, आ मेरे मालक दा घोड़ा, मेरे गुरु, लिया मैं तेरियां लत्तां घुट दियां, तू मालक दी सेवा कीती आ, मैं तेरी सेवा कर दियां। कोई सतनाम। खरखरा मारी जांदा, नवाई जांदा, किन्ने प्यार दे विच घोड़े सेवा करदा है, ते तुसीं घंटा 2 घंटे काम करके थक जाने हो। ये प्रेम करदा है, ते प्रेम वाले मैं गले लाउणा। प्रभ मोहे कब गल लावै गो, हाँ तुमरी करो नित्यास प्रभ, मोहे कब गल लावोगे? कहो सतनाम। साच कहो सुन लियो सब जिन प्रेम की होते नहीं प्रभ पायो, जे मैनू पाउणा ते प्रेम करो, प्रेम तो बिना मैं नहीं मिलता किसी नूं। कहो सतनाम श्री। प्रीतम जी कहते सब किछ तिसै रजाई जियो,
ਨਾ ਕੋ ਮੂਰਖ ਨਾ ਕੋ ਸਿਆਣਾ। ਮਾਲਕਾ ਤੇਰੇ ਹੁਕਮ ਦੇ ਅੰਦਰ ਹੀ ਆ ਸਾਰੇ। ਇੱਥੇ ਨਾ ਕੋਈ ਆਪੇ ਮੂਰਖ ਬਣਦਾ ਨਾ ਕੋਈ ਆਪਦੀ ਮਰਜ਼ੀ ਨਾਲ ਸਿਆਣਾ ਬਣ ਸਕਦਾ ਹੈ। ਇਹ ਸਿਆਣਪਾ ਵੀ ਤੂੰ ਦੇਵੇਂ ਤਾਂ ਆਉਂਦੀਆਂ, ਨਹੀਂ ਤਾਂ ਬੰਦਾ ਚੰਗਾ ਭਲਾ ਠੱਗੀ ਖਾ ਜਾਂਦਾ। ਕਹੋ ਸਤਨਾਮ। ਆਪਣੇ ਆਪ ਨੂੰ ਬਾਹਲਾ ਸਿਆਣਾ ਸਮਝਣ ਵਾਲਾ ਵੀ ਠੱਗੀਆਂ ਖਾ ਜਾਂਦਾ, ਮਗਰੋਂ ਪਤਾ ਲੱਗਦਾ ਵੀ ਠੱਗੀ ਵੱਜ ਗਈ। ਤਾਂ ਪ੍ਰੀਤਮ ਜੀ ਕਹਿੰਦੇ ਵਰਤੈ ਸਭ ਕੁਛ ਤੇਰਾ ਭਾਣਾ। ਇੱਥੇ ਸਭ ਤੇਰਾ ਹੀ ਹੁਕਮ ਚੱਲਦਾ ਹੈ। ਅਗਾਮੀ ਅਗੋਚਰ ਬੇਅੰਤੀ ਅਥਾਹ। ਤੂੰ ਪਰੇ ਤੋਂ ਪਰੇ ਹੈ, ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਪਰ ਪ੍ਰੇਮ ਦੇ ਨੇੜੇ ਹੈ। ਸੱਚ ਕਹੋ ਸੁਣ ਲਿਓ ਸਭ ਹੈ। ਮੇਰੀ ਬਾਂਦੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੈ ਮੋਹੇ। ਇੱਕ ਸਮੇਂ ਮੋਕੋ ਗਹਿ ਬਾਂਧੇ, ਤੌਫਨ ਮੋਹ ਪੈ ਜਵਾਬ ਨਾ ਹੋਏ। ਮੈਂ ਪ੍ਰੇਮ ਦਾ ਬੰਨਿਆ ਹੋਇਆ ਖੜਾ, ਨਹੀਂ ਤਾਂ ਮੈਂ ਕਿਸੇ ਦੇ ਹੱਥ ਨਹੀਂ ਆਉਂਦਾ। ਕਹੋ ਸਤਨਾਮ ਸੀ। ਅਗੰਮ ਪਰੇ ਤੋਂ ਪਰੇ। ਇੱਕ ਵਾਰੀ ਇੱਕ ਭੋਲਾ ਭਾਲਾ ਬੰਦਾ, ਜਦ ਅੱਜ ਮਹਾਂਪੁਰਸ਼ਾਂ ਕੋਲੇ ਚੱਲਦੇ ਆ, ਅੱਜ ਉਪਦੇਸ਼ ਲੈ ਕੇ ਮੁੜਾਂਗੇ। ਕਈ ਵਾਰੀ ਗੇੜਾ ਮਾਰਿਆ, ਭੀੜ ਬੜੀ ਹੁੰਦੀ, ਨੇੜੇ ਨਾ ਕੋਈ ਲੱਗਣ ਦਿੰਦਾ। ਕਈ ਵਾਰੀ ਜਿਹੜੇ ਹੁੰਦੇ ਹੈਗੇ ਨੇ ਨੇੜੇ ਸੇਵਾਦਾਰ, ਉਹ ਉਹਨਾਂ ਨੂੰ ਬਾਹਲਾ ਹੋ ਜਾਂਦਾ ਵੀ ਅਸੀਂ ਬਾਬੇ ਨੂੰ ਸੰਭਾਲ ਰਹੇ ਹਾਂ। ਇਹ ਗਿਆ ਅੱਗੋਂ, ਉਹ ਕਿਧਰੇ ਜਾ ਰਹੇ ਸੀ ਮਹਾਂਪੁਰਸ਼, ਇਹ ਅੱਗੋਂ। ਦੂਜੇ ਕਹਿੰਦੇ ਪਰੇ ਹੋ ਜਾ, ਪਰੇ ਹੋ ਜਾ, ਤੂੰ ਨਹੀਂ ਨੇੜੇ ਜਾਣਾ। ਕਹਿੰਦਾ ਯਾਰ 2 ਮਿੰਟ ਮੇਰੇ ਨਾਲ ਤਾਂ। ਇਹ ਧੱਕੇ ਨਾਲ ਮੂਹਰੇ ਜਾ ਵੱਜਿਆ। ਉਹ ਮਹਾਂਪੁਰਸ਼ ਵੀ ਕਹਿੰਦਾ ਪਰੇ 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 ਪਰੇ। ਉੱਥੋਂ ਪਰੇ ਪਰੇ ਸ਼ਬਦ ਹੀ ਲੈ ਕੇ ਤੇ ਗਾਉਣ ਲੱਗ ਪਿਆ। ਕਹੋ ਸਤ। ਬਸ ਮਹਾਂਪੁਰਸ਼ਾਂ ਦੇ ਮੂੰਹ ਚੋਂ ਪਰੇ ਪਰੇ ਨਿਕਲਿਆ, ਆਪਣਾ ਇਹੋ ਹੀ ਮੰਤਰ ਹੈ। ਕਹੋ ਸਤਨਾਮ ਸ੍ਰੀ। ਉਹ ਪਰੇ ਪਰੇ ਗਾਉਣ ਲੱਗ ਪਿਆ। ਕਹਿੰਦੇ ਪਰਮੇਸ਼ਰ ਆਪਣੀ ਮਾਇਆ ਲక్ష్ਮੀ ਕੋਲ ਬੈਠੇ, ਹੱਸੀ ਜਾਂਦੇ ਅੱਖਾਂ ਮੀਚ ਕੇ। ਉਹ ਕਹਿੰਦੀ ਅੱਜ ਬੜੇ ਖੁਸ਼ ਹੋ, ਕੀ ਗੱਲ ਹੈ? ਉਹ ਕਹਿੰਦਾ ਅੱਜ ਮੇਰਾ ਇੱਕ ਨਾਮ ਹੋਰ ਰੱਖ ਲਿਆ ਦੁਨੀਆ 'ਚ ਕਿਸੇ ਨੇ, ਮੇਰੇ ਭਗਤ ਨੇ। ਕਹਿੰਦੇ ਕੀ ਨਾਮ ਰੱਖ ਲਿਆ? ਕਹਿੰਦਾ ਪਰੇ ਪਰੇ। ਉਹ ਕਹਿੰਦੀ ਇਹਦਾ ਕੀ ਮਤਲਬ ਹੈ? ਕਹਿੰਦਾ ਮੈਂ ਪਰੇ ਤੋਂ ਪਰੇ ਹਰ ਥਾਂ ਹਾਂ। ਕਹੋ ਸਤਨਾਮ। ਇਸ ਕਰਕੇ ਮੇਰਾ ਇੱਕ ਨਾਮ ਹੋਰ ਟਿਕ ਗਿਆ। ਬੇਅੰਤ ਨਾਮ ਹੈ ਪਰਮੇਸ਼ਰ ਦੇ। ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ। ਅੱਜ ਮੇਰਾ ਇੱਕ ਹੋਰ ਨਾਮ ਰੱਖ ਲਿਆ। ਉਹਨੇ ਪਰੇ ਪਰੇ ਜਪ ਕੇ ਰੱਬ ਨੂੰ ਪਾ ਲਿਆ, ਕਿਉਂਕਿ ਵਿੱਚ ਤਾਂ ਪ੍ਰੇਮ ਦੀ ਗੱਲ ਹੈ ਨਾ। ਮੰਤਰ ਕੋਈ ਵੀ ਹੋਵੇ, ਪਰ ਉਸ ਮੰਤਰ ਨੂੰ ਪ੍ਰੇਮ ਨਾਲ ਜਪਿਆ ਜਾਵੇ। ਕਹੋ ਸਤਨਾਮ। ਵਾਹਿਗੁਰੂ 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 ਵਾਹਿਗੁਰੂ। ਜਪੋ ਵਾਹਿਗੁਰੂ 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 ਵਾਹਿਗੁਰੂ। ਪ੍ਰੀਤਮ ਜੀ ਕਹਿੰਦੇ ਅਗਾਮੇ ਅਗੋਚਰ ਬੇਅੰਤ ਅਥਾਹ। ਉਹ ਪਰੇ ਤੋਂ ਪਰੇ ਪਰਮੇਸ਼ਰ, ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹ ਬੇਅੰਤ ਪਰਮੇਸ਼ਰ। ਅਥਾਹ, ਜਿਹਦਾ ਅਥਾਹ ਕੋਈ ਨਹੀਂ, ਨਾ ਡੂੰਘਾਈ ਦਾ ਪਤਾ ਹੈ, ਨਾ ਉਚਾਈ ਦਾ ਪਤਾ ਹੈ, ਨਾ ਉਸ ਦੇ ਏਰੀਏ ਦਾ ਪਤਾ ਕਿੱਥੋਂ ਤੱਕ ਫੈਲਿਆ ਹੋਇਆ। ਕਹੋ ਸਤਨਾਮ ਸੀ। ਜਿਵੇਂ ਅਸਮਾਨ ਕੇ ਸਮਸਤ ਬੀਚ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਬੇਅੰਤੀ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਕਿਰਪਾ ਕਰ ਦੇ, ਬਸ ਇੱਕੋ ਕਿਰਪਾ ਕਰ ਦੇ। ਕੀ ਮੰਗਦਾ ਤੂੰ? ਖਾਕ ਸੰਤਨ ਕੀ ਦੇਹੋ ਪਿਆਰੇ। ਤੇਰੇ ਪਿਆਰਿਆਂ ਵਿੱਚ ਬੈਠਣ ਦੀ ਸੰਗਤ ਬਖਸ਼ ਦੇ ਮੈਨੂੰ। ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਮੈਨੂੰ ਪਤਾ ਹੈ ਤੇਰਾ ਨਾਮ ਜਪਦਿਆਂ ਸਾਰੇ ਕੰਮ ਹੋ ਸਕਦੇ ਆ। ਕਹੋ ਸਤਨਾਮ। ਜਾ ਫਲਾਨੇ ਅਫਸਰ ਕੋਲੇ ਮੇਰਾ ਨਾਮ ਲੈ ਨਹੀਂ, ਮੈਨੂੰ ਫਲਾਨੇ ਨੇ ਭੇਜਿਆ, ਤੇਰਾ ਕੰਮ ਹੋ ਜਾਊਗਾ। ਤੇ ਜੇ ਰੱਬ ਦਾ ਨਾਮ ਲੈ ਦਈਏ ਫਿਰ ਕਿਹੜਾ ਕੰਮ ਅੜੂਗਾ? ਕਹੋ ਸਤਨਾਮ। ਉਹਦਾ ਹੁਕਮ ਸਾਰੇ 'ਤੇ ਚੱਲਦਾ ਨਾ। ਥੱਲੇ ਤਾਂ ਕਿਸੇ ਦਾ DC ਦਾ ਹੇਠਲੇ ਅਫਸਰਾਂ ਚੱਲਦਾ, ਉਹਦੇ ਉੱਤੇ ਉਹਦੇ ਅਫਸਰ ਚੱਲਦਾ, ਉੱਤੇ ਪ੍ਰਧਾਨ ਮੰਤਰੀ ਚੱਲਦਾ। ਲੇਕਿਨ ਪ੍ਰਧਾਨ ਮੰਤਰੀ ਸੰਤਰੀ ਇਹਨਾਂ ਉੱਤੇ ਪਰਮੇਸ਼ਰ ਦਾ ਹੁਕਮ ਚੱਲਦਾ। ਕਿਉਂ ਨਾ ਪਰਮੇਸ਼ਰ ਦਾ ਨਾਮ ਲਈਏ, ਸਾਰੇ ਸਿੱਧੇ ਹੋ ਜਾਣ। ਕਹੋ ਸਤਨਾਮ ਸ੍ਰੀ। ਮਹਾਰਾਜ ਤੇਰਾ ਨਾਮ ਚਾਹੀਦਾ ਹੈ ਮੈਨੂੰ। ਤੇਰੇ ਪਿਆਰਿਆਂ ਦੀ ਚਰਨ ਧੂੜ ਬਖਸ਼ੋ, ਉਹਨਾਂ ਦੀ ਸੰਗਤ ਬਖਸ਼ੋ। ਖਾਕ ਸੰਤਨ ਕੀ ਦੇਹੋ ਪਿਆਰੇ। ਹੁਣ ਬ੍ਰਹਮ ਗਿਆਨੀ ਕੀ ਮੰਗਦੇ? ਜਿਹਨੂੰ ਗਿਆਨ ਹੋ ਗਿਆ ਉਹ ਫਿਰ ਸੰਸਾਰ ਦੇ ਧੀਆਂ ਪੁੱਤਰ ਨਹੀਂ ਮੰਗਦੇ। ਭਾਈ ਭਿਖਾਰੀ ਨੂੰ ਗਿਆਨ ਹੋ ਗਿਆ, ਬ੍ਰਹਮ ਗਿਆਨੀ ਬਣ ਗਿਆ। ਸਮਾਂ ਆਇਆ, ਪੁੱਤਰ ਦਿੱਤਾ, ਸ਼ੁਕਰੀ ਹੈ। ਪੁੱਤਰ ਦੇ ਵਿਆਹ ਦਾ ਮੌਸਮ ਆਇਆ, ਸਮਾਂ ਆਇਆ, ਬੜੀ ਖੁਸ਼ੀ ਹੈ ਘਰ ਵਿੱਚ। ਲੇਕਿਨ ਦੂਜੇ ਦਿਨ ਪਿਓ ਪੁੱਤਰ ਦੇ ਮੌਤ ਦਾ ਸਮਾਂ ਵੀ ਨਾਲ ਹੈ ਤਾਂ ਕੋਈ ਦੁੱਖ ਨਹੀਂ ਹੈ, ਇਹ ਵੀ ਉਹਦੇ ਹੁਕਮ ਅੰਦਰ ਹੈ। ਕਹੋ ਸਤਨਾਮ। ਸਮਣ ਮੂਸਲ ਦੀ ਵੀ ਇਹੀ ਕਹਾਣੀ ਆ। ਜਿਸ ਵੇਲੇ
सतगुरु पातशाह नूं संगतां समेत घरे भोजन लई छड्डिया ते जिस शाहूकार नाल बाणीए नाल गल कीती सी भी सानूं 500 दा समान दे दी, असीं सेवा करनी है महापुरुषां दी सत संगत दी। किसी ने उन्होंने मुकराता, कहते वेखी किते पैसे दे दे, इन्हां कोले कुछ नहीं, ये कंगाल है, तेरे पैसे नप्पे जाणगे। दूजे दिन ऐन मौके ते मुकर गया। कोई सतनाम सी, बही ते लिख लिया सी सारा कुछ भी इन्ने पैसे मैं धारे दे दूंगा, इन्ना ब्याज लऊंगा या इन्ने चिर च मैनूं मोड़ दी। वो सब लिख लिया, साइन करवा ले सी, पर मुकर गया। हुण कहंदे एट टाइम समान कित्थों लियाईए? कहंदे उसे दे घरों लियावांगे। चलो कहने पाड़ ला लिया। कोई सतनाम सी, कंध दुकानों सिख बच्चा अंदर वड़ के समान कढ़न लग्या, समान बाहर फड़ाता जिन्ना कहा सीगा। हुण निकल तां गया, कहने विचों बाहर ना निकलिया जावे। हुण बाहर नहीं निकलदा तो कहंदे उस बच्चे नूं खतरा पैदा हो गया भी जे इत्थे फड़े कहेगे लोग कहणगे भी गुरु के सिख चोर आ। ते बापू नूं कहण लग्या, बापू ऐ कर, तू संगतां दी सेवा कर, हजे किसे नाल कोई गल ना कर, ते मेरा सिर वढ़ के लै जा ताकि कोई गुरु साहब नूं बदनाम ना कर सके। आपां तां एमरजेंसी ये काम कीता, आपां चोर थोड़ा ही आ। कोई सतनाम श्री, आपां नूं कराया गया इस बंदे ने मुकर के। बापू तो कित्थे धौन वड्ढी जावे बच्चे दी। कोई सतनाम, पर वढ़ ली, लै गया, समान भी लै गया। बच्चा ले जाके अंदर रखता, सिर रखता कोठे ते चुबारे च। थल्ले सारी संगतां पहलां आके लंगर तैयार करन लग पईयां, लंगर तैयार होण लग पे। इन्ने तड़के बाणीआ दुकान ते आया ते अंदर शरीर पिया एक बिना सिर तो, घबरा गया। कहंदे यार उन्होंने सौदा मंगया सी, उन्होंने सौदा दे दिंदे आ ते आपां उन्हां दे कोलों ਇਹ ਚੁਕਾ ਦਿੰਦੇ ਆ। ਤੇ ਉਹ ਮੁੰਡੇ ਦੇ ਬਾਪ ਨੂੰ ਚੁਕਾ ਦਿੱਤੀ ਤੇ ਉਹ ਚਲਿਆ ਗਿਆ ਲੈ ਕੇ। ਤੇ ਲਿਜਾਣ ਤੋਂ ਬਾਅਦ ਸਿਰ ਦੇ ਕੋਲੇ ਜਾ ਕੇ ਧਰ ਰੱਖਤੀ। ਗੁਰੂ ਸਾਹਿਬ ਪਹੁੰਚੇ, ਸੰਗਤਾਂ ਸਮੇਤ ਭੋਜਨ ਛਕਣ ਲੱਗੇ। ਛਕਣ ਤੋਂ ਪਹਿਲਾਂ ਕਹਿੰਦੇ ਤੇਰੇ ਬੱਚੇ ਨੂੰ ਬੁਲਾ ਵੀ, ਉਹ ਕਿੱਥੇ ਆ? ਭੋਜਨ ਨਹੀਂ ਛਕਾਉਂਦਾ, ਕਹਿੰਦੇ ਜੀ ਉਹ ਸੁੱਤਾ ਪਿਆ, ਥੱਕਿਆ ਬਾਹਲਾ ਸੀ ਰਾਤ ਦਾ। ਕੋਈ ਸਤਨਾਮ ਸੀ। ਉਹ ਕਹਿੰਦੇ ਨਹੀਂ ਨਹੀਂ ਆਵਾਜ਼ ਮਾਰੋ, ਆਪ ਆ ਕੇ ਭੋਜਨ ਛਕਾਵੇ। 2-3 ਵਾਰੀ ਕਿਹਾ, ਫਿਰ ਕਹਿੰਦਾ ਜੀ ਮੇਰੀ ਆਵਾਜ਼ ਮਾਰਿਆ ਨਹੀਂ ਆਉਂਦਾ, ਆਪੇ ਮਾਰ ਲਓ। ਕੋਈ ਸਤਨਾਮ, ਤੁਹਾਡੀ ਆਵਾਜ਼ ਮਾਰਿਆ ਭਾਵੇਂ ਆ ਜੇ, ਮੇਰੀ ਆਵਾਜ਼ ਮਾਰਿਆ ਨਹੀਂ ਆਉਂਦਾ। ਪਾਤਸ਼ਾਹ ਕਹਿੰਦੇ ਓਏ ਸਾਹਮਣਾ ਥੱਲੇ ਆ, ਭੋਜਨ ਛਕਾ। ਕੋਈ ਸਤਨਾਮ। ਇੰਨਾ ਕਹਿਣ ਦੀ ਦੇਰ ਸੀ, ਕਹਿੰਦੇ ਬੱਚਾ ਸਹੀ ਸਲਾਮਤ ਹੋ ਕੇ ਉੱਤਰੋਂ ਭੱਜਿਆ ਆਇਆ ਥੱਲੇ। ਕੋਈ ਸਤਨਾਮ ਸੀ। ਔਰ ਬਾਅਦ ਵਿੱਚ ਸਾਰੀ ਘਟਨਾ ਦੱਸੀ। ਬਾਅਦ ਵਿੱਚੋਂ ਬਾਣੀਆਂ ਦੁਕਾਨਦਾਰ ਵੀ ਆ ਕੇ ਪੈਰੀ ਪਿਆ ਕਿ ਮੇਰੀ ਗਲਤੀ ਸੀ, ਮੈਥੋਂ ਗਲਤੀ ਹੋਈ ਆ। ਕੋਈ ਸਤਨਾਮ ਸੀ। सम्मन जो इस प्रेम की दम क्यों होती साठ, इस प्रेम का कोई पैसा मुल नहीं है, प्रेम का पैसा मुल प्रेम ही है। रावण होते सो रंकना जिन सिर दीने काट खैर, आखिरी पंक्ति पढ़िए। बाबा जी कहते तेरी कीमत कह न जाई, जियो खाक संतन की देहो प्यारे, आए पया हर तेरा द्वारे, दर्शन पेखत मन आगावे, नानक मिलन सुभाई जियो। तेरे दर तो बगैर कोई दर नहीं है। अज मैं तेरे दर ते आ गया हाँ, तेरे दर्शन वेख के रज जाता हाँ, ताइयों दर्शन करदे हां रोज़ आपां। दर्शन पेखत मन आगावे, नानक मिलन सुभाई जियो। चलो मिलेगा तो ये भी साडे वड्डे भाग होणगे। तो मिलूगा कदों सुभाई? सच्चे प्रेम नाल। साच कहो सुन लियो सब जिन प्रेम कियो तिन ही प्रभ पायो। माझ महला पंजवा अगला शब्द चलदा। फिर जे मिल जावे फिर की हुंदा? लड़ी चल रही है ना। जे मिल जावे फिर की हुंदा? दुख तड़े जां विसर जावे, भुख व्यापे बहु धावे, सिमरत नाम सदा सुहेला, जिस देवे दीन दयाला जियो। उहदे नाम की पावर दसदे अगले शब्द पातशाह। ये आपां कल नूं सरवण करांगे। हुण इत्थे रोकण की आग्या बख्शो, समाप्ति करिए जी। मिलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू।